TBN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਨੇਪਾਲ ਹਵਾਈ ਹਾਦਸੇ ਬਾਅਦ ਮਲਬੇ ਵਿੱਚੋਂ 20 ਲਾਸ਼ਾਂ ਬਰਾਮਦ। ਕਸਬਾ ਭੁੰਨਰਹੇੜੀ ਵਿੱਚ ਦੂਹਰਾ ਕਤਲकांड, ਮਾਂ ਤੇ ਧੀ ਦਾ ਹੋਇਆ ਕਤਲ। ਮੂਸੇਵਾਲੇ ਨੂੰ ਮਾਰਨ ਵਾਲੀ ਗੈਂਗ ਦੀਆਂ ਜੜ੍ਹਾਂ ਰਾਜਸਥਾਨ 'ਚ। ਮੂਸੇਵਾਲੇ ਦੀ ਪੋਸਟਮਾਰਟਮ ਰਿਪੋਰਟ ਵਿੱਚ ਕੁਝ ਹੈਰਾਨੀਜਨਕ ਖੁਲਾਸੇ ਅਤੇ ਮੂਸੇਵਾਲੇ ਨਾਲ ਥਾਰ ਵਿੱਚ ਸਵਾਰ ਨੌਜਵਾਨ ਨੇ ਦੱਸੀ ਹਮਲੇ ਅਤੇ ਕਤਲ ਦੀ ਪੂਰੀ ਕਹਾਣੀ ਅਤੇ ਕੁਝ ਹੋਰ ਮਹੱਤਵਪੂਰਨ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। दूसरी बेनती ये कि जेकर हाले तक तुसी अपने इस चैनल को सबसक्राइब नहीं किया तो कृपा करके सबसक्राइब करके नोटिफिकेशन वाली घंटी जरूर ऑन कर लैनी, तुहाडे दिलों धन्नवादी होवांगे। आओ हुण इन्हां सारियां जानकारियां दे उत्ते विस्तार दे नाल गलबात करिए। कल तुहाडे नाल अपने फेसबुक पेज के उत्ते एक जानकारी साझी कीती सी कि नेपाल दे विच एक हवाई जहाज़ उड़ान तो कुछ समय बाद लापता हो गया सी, पर हुण जानकारी मिल गई है कि हादसाग्रस्त हो चुके हैं ਅਤੇ उस वक्त जहाज़ के विच कुल 22 व्यक्ति सवार सन ते 20 लाशां बरामद हो गई ने। यह जहाज़ तारा एयर दा सी। जहाज़ के विच 4 भारतीयों समेत कुल 22 यात्रु सन। पोखरा तो उड़ान पर तो तकरीबन 15 मिनट बाद दस्सिया जा रहा कि हादसे का शिकार हो गया। नेपाल शहरी हवाबाजी अथॉरिटी के मुताबिक हवाई जहाज़ का मलबा मुस्तांग जिले के थसांग टू के विचों मिलिया है। हवाई जहाज़ उस वक्त 14,500 फुट की उचाई पर उड़ रहा सी कि पहाड़ियां नाल टकरा गया, हादसे का शिकार हो गया। काठमांडू का एक अखबार है, उसकी रिपोर्ट के अनुसार मलबे विचों 20 लाशां बरामद हुई ने। उन्हां लाशां नूं कुवांग लिआंदा गया, फौज भी ते कुछ होर भी ਜਿਹੜੇ ਉੱਥੋਂ ਦੇ ਸੁਰੱਖਿਆ ਮਾਮਲੇ ਵਾਲੇ ਆ ਤੇ ਕੁਝ ਹੋਰ ਸੰਬੰਧਿਤ ਏਜੰਸੀਆਂ ਨੇ, ਉਹ ਹਾਲੇ ਵੀ 2 ਹੋਰ ਵਿਅਕਤੀਆਂ ਦੇ ਲਾਸ਼ਾਂ ਦੀ ਭਾਲ ਕਰ ਰਹੀਆਂ ਨੇ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਸੀ। ਮਾਈ ਰਿਪਬਲਿਕ ਨਿਊਜ਼ਪੇਪਰ ਦੀ ਜਿਹੜੀ ਰਿਪੋਰਟ ਹੈ ਉਸ ਦੇ ਮੁਤਾਬਕ ਸੜਕ ਤੇ ਜਾਮ ਹੋਣ ਕਾਰਨ ਰਸਤਾ ਸਾਫ਼ ਕਰਨ ਜਾ ਰਹੀ ਇੰਦਾ ਸਿੰਘ ਨੇ ਦੇਖਿਆ ਕਿ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਮਲਬੇ ਵਿੱਚ ਤਬਦੀਲ ਹੋ ਚੁੱਕਿਆ ਹੈ। ਫਿਰ ਉਹਨਾਂ ਨੇ हवाई जहाज़ ਦੇ ਵਿੱਚ ਜਿਹੜੇ ਸਵਾਰ ਲੋਕ ਸੀ ਉਹਨਾਂ ਦੀ ਮੌਤ ਦੇ ਬਾਬਤ ਜਾਣਕਾਰੀ ਦਿੱਤੀ। ਹਾਲਾਂਕਿ ਇਹ ਵੀ ਬਾਅਦ 'ਚ ਪਤਾ ਲੱਗਿਆ ਕਿ ਲਾਸ਼ਾਂ ਨੂੰ ਬਰਾਮਦ ਕਰਨ ਦੇ ਵਿੱਚ ਕਾਫੀ ਪਰੇਸ਼ਾਨੀਆਂ ਆਈਆਂ ਕਿਉਂਕਿ ਲਾਸ਼ਾਂ ਨਜ਼ਦੀਕੀ ਡੂੰਘੀਆਂ ਖੱਡਾਂ ਵਿੱਚ ਜਾ ਡਿੱਗੀਆਂ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜਹਾਜ਼ ਖਿਲ ਰਿਹਾ ਪਿਆ ਸੀ, ਮਲਬੇ ਦੇ ਵਿੱਚ ਤਬਦੀਲ ਹੋਇਆ ਪਿਆ ਸੀ, ਪਰ ਜਹਾਜ਼ ਨੂੰ ਅੱਗ ਕੋਈ ਨਹੀਂ ਸੀ ਲੱਗੀ ਹੋਈ ਕਿਉਂਕਿ ਉੱਥੇ ਇੱਕ ਚਟਾਨ ਦੇ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਜਹਾਜ਼ ਹੋਇਆ। ਇਹ ਵੀ ਪਤਾ ਲੱਗਿਆ कि इस हवाई जहाज़ के जिहड़े 4 भारती सवार सन वो महाराष्ट्र के ठाणे के इक्को ही परिवार नाल संबंधित सन। उन्हां दी पछाण अशोक कुमार त्रिपाठी, उन्हां दी पत्नी वैबी, बेटा धनुष अते बेटी रितिका दे वजों कीती गई है। आ जिहड़ी अगली खबर है ये पटियाला दे नेड़े पैंदा कस्बा भुन्नरहेड़ी, उत्थों खबर मिली है उत्थे एक मां ते धी दा कतल होया है। मृतक औरत की पहचान 45 वरियां दी हरप्रीत कौर ਅਤੇ उसकी 18 वरियां दी धी नवदीप कौर ਦੇ ਵਜੋਂ ਕੀਤੀ ਗਈ ਹੈ। ਪਟਿਆਲਾ ਦੇ SSP ਦੀਪਕ ਪਾਰਕ ਨੇ ਦੱਸਿਆ ਕਿ ਹਮਲਾਵਰ ਜਿਸ ਨੇ ਇਹ ਕਤਲ ਕੀਤਾ ਉਹਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਇੱਕ ਹੋਰ ਉਸਦੇ ਸਾਥੀ ਦੇ ਵਿਰੁੱਧ FIR ਦਰਜ ਕਰ ਲਈ ਗਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਪੁਲਿਸ ਟੀਮਾਂ ਰਵਾਨਾ ਵੀ ਕੀਤੀਆਂ ਗਈਆਂ ਸੀ। ਜਾਣਕਾਰੀ ਦੇ ਅਨੁਸਾਰ ਕੁਝ ਕੁ ਦਿਨ ਪਹਿਲਾਂ ਇਹ ਪਰਿਵਾਰ ਭੁੰਨਰਹੇੜੀ ਦੇ ਵਿੱਚ ਕਿਰਾਏ ਦੇ ਮਕਾਨ ਤੇ ਆ ਕੇ ਰਹਿਣ ਲੱਗਿਆ। ਮ੍ਰਿਤਕ ਹਰਪ੍ਰੀਤ ਕੌਰ ਦਾ ਪਤੀ ਹੈ ਗੁਰਮੁਖ ਸਿੰਘ। ਗੁਰਮੁਖ ਸਿੰਘ ਦੇ ਨਾਲ ਉਹਨਾਂ ਦਾ ਕੋਈ ਘਰੇਲੂ ਝਗੜਾ ਚੱਲਦਾ ਸੀ, ਪਰ ਜਦੋਂ ਕੱਲ ਹਰਪ੍ਰੀਤ ਕੌਰ ਆਪਣੀ ਧੀ ਨਵਦੀਪ ਕੌਰ ਦੇ ਨਾਲ ਬਾਜ਼ਾਰ ਦੇ ਵਿੱਚ ਕੋਈ ਸਮਾਨ ਲੈਣ ਵਾਸਤੇ ਨਿਕਲੀ ਤਾਂ ਗੁਰਮੁਖ ਸਿੰਘ ਨੇ ਆਪਣੀ ਕਾਰ ਉਹਨਾਂ ਦੇ ਵਿੱਚ ਜਾ ਟਕਰਾਈ। ਹਾਦਸੇ ਦੇ ਵਿੱਚ ਇੱਕ ਨੌਜਵਾਨ ਉਹਨਾਂ ਨੂੰ ਬਚਾਉਣ ਲਈ ਵੀ ਅੱਗੇ ਵਧਿਆ ਤਾਂ ਜਾਣਕਾਰੀ ਹੈ ਕਿ ਉਹਦੇ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਜ਼ਖਮੀ ਹੋਇਆ। ਉਹਦੇ ਤੋਂ ਬਾਅਦ ਇੱਕੋ ਹੀ ਗਲੀ ਦੇ ਵਿੱਚੋਂ ਮਾਵਾਂ ਤੇ ਧੀਆਂ ਦੀਆਂ ਲਾਸ਼ਾਂ ਮਿਲੀਆਂ ਨੇ। ਤੇਜ਼ਧਾਰ ਹਥਿਆਰਾਂ ਦੇ ਨਾਲ ਗਰਦਨਾਂ ਦੇ ਉੱਤੇ ਵਾਰ ਕੀਤੇ ਹੋਏ ਸੀ।
मौके ते पहुंचे पुलिस अधिकारी ने दस्सिया कि हरप्रीत कौर का पति गुरमुख सिंह फौज दे विचों रिटायर हो चुका है, बुढ़लाडा शहर नाल संबंधित है, अपनी घरवाली ते बच्ची तो अलग रह रहा सी, पर भुन रेहड़ी आके उसके वलों तेज़ धार हथियारां दे नाल अपनी पत्नी अते धी दा कतल कर दिता गया है। ये सचमुच मंदभागा है। पहली गल तां इह है कि परिवारां दे विच घरेलू झगड़ा होना नहीं चाहिए। दूसरी गल तुहाडी बनदी नहीं तां वखरे हो जाना चाहिए, पर इत्थे तां तस्वीर इस तरह की है कि गुरमुख सिंह दे नालों दोवें मावां धीआं वखरीआं सी, पर गुस्से की अग असीं अंदर किन्नी क लई फिरदे हैं। हो सकदा तुहाडे विचार ना मिलदे होण, हो सकदा उहदे पिछे दे कारण कोई होर होण, कारण कोई भी होवे। आपां जदों मूसेवाले दा कतल होया मैं उहदे तो बाद भी यही गल आखी सी। हो सकदा तुहानूं मूसेवाला पसंद ना होवे, हो सकदा उहदे गीत पसंद ना होण, पर धक्का थोड़ी है तुहाडे नाल, कोई धक्के नाल तुहानूं थोड़ा ही सुणाउंदा है। तुसीं ना सुणो, तुसीं ना पसंद करो, पर किसी की जान लै लैण दा किसी कोल हक नहीं। ये जन्म ते मौत का हक सिर्फ उस परवदगार कोल है, पर मनुख हुण बराबरी करदा है। कईयां नूं जम्मण तो पहलां कतल करदा है, कईयां नूं मारन तो बाद कतल करदा है। हुण अगली खबर भी कुछ इस तरह की वो मूसेवाले दे नाल संबंधित है। प्रोग्राम पंजाब बोलदा जेकर नहीं वेख्या तो उहदे विच जानकारी साझी कीती सी कि साजिश खबरां मिल रही ने कि तिहाड़ जेल च घड़ी गई है। 8 बंदियां दे नाम भी सामने आ गए आ। वो सारी जानकारी विस्तार दे नाल विचारी गई सी, पर हुण जिस गैंगस्टर ग्रुप ने जिम्मेवारी लई सी, लॉरेंस बिश्नोई ग्रुप, दसना बनता है कि इस वक्त लॉरेंस दिल्ली की तिहाड़ जेल च बंद है ਅਤੇ दिल्ली की तिहाड़ जेल तो पहलां वो राजस्थान की जोधपुर और अजमेर जेल के भी लंबे समय तक बंद रहा है। पुलिस वालों दी जानकारी के अनुसार लॉरेंस ग्रुप के विच लगभग 600 शार्प शूटर ने ਅਤੇ लॉरेंस के खास दोस्त ने गोल्डी बराड़, जिहड़ी फेसबुक ते बीते दिनी सिद्धू मूसेवाले के कतल तो बाद पोस्ट पाई गई सी, ਉਹਦੇ ਵਿੱਚ सिद्धू मूसेवाले के कतल की जिम्मेवारी इन्हां ਵੱਲੋਂ ਲਈ गई सी। ਉਹਦੇ ਵਿੱਚ ਲਿਖਿਆ ਗਿਆ ਸੀ कि उन्होंने अपने भरा विक्की मिड्डू खेड़ा और गुरलाल बराड़ की हत्या का बदला ले लिया। दसना बनता कि दोवें गोल्डी और लॉरेंस करीबी है, तो इस कतल कांड के बाद लॉरेंस ग्रुप आख सकते हैं, जां लॉरेंस आखिए, एक बार फिर तो सुर्खियां दे विच है, हैडलाइनस दे विच है। दिल्ली, हरियाणा, पंजाब, राजस्थान दे विच किन्ना कुछ दा प्रभाव है, इस गल तो तुसीं अंदाज़ा ला सकते हो कि दिल्ली की तिहाड़ जेल दे विच बैठ के भी वो अपना गैंग चला रहा है। गैंग राजस्थान समेत कई सूबियां च ऑपरेट कर रहा है। दसना बनता है कि लॉरेंस पंजाब के फाजिलका जिले का रहने वाला है। गोल्डी बराड़ और लॉरेंस ने 2008 दे विच पंजाब यूनिवर्सिटी की विद्यार्थी पॉलिटिक्स तो इकट्ठियां काम करना शुरू किया सी। लॉरेंस ने जब पंजाब यूनिवर्सिटी विच विद्यार्थी यूनीयन की चोण लड़ी, उस वक्त गोल्डी बराड़ उसका सीनियर होया करता सी। हौली हौली दोवें जुर्म की दुनिया के विच पैर जमाउण तो बाद सिक्का जमाउण लगे। जुर्म की दुनिया के विच लॉरेंस का दबदबा कई लोगों की मदद के कारण बनिया है। जिहड़ी जानकारी दी गई है उहदे अनुसार एक साथण राजस्थान की लेडी डॉन अनुराधा गोल्डी बराड़ दे नाल मिल के एक इंटरनेशनल क्राइम सिंडीकेट चलाउंदी सी। दसना बनता कि अनुराधा इस वक्त अजमेर की जेल के विच नज़रबंद है। ये भी जानकारी मिली है कि लॉरेंस का एक करीबी व्यक्ति राजस्थान का गैंगस्टर होया करदा सी आनंदपाल। आनंदपाल एक पुलिस मुकाबले दे विच जून 2017 दे विच मार दिता गया सी, अते लॉरेंस ने आनंदपाल की मौत तो बाद ही मुंबई के अंडरवर्ल्ड वांग राजस्थान दे विच अपना सिक्का जमाउण दा सुपना देखना शुरू किया सी। लॉरेंस ने सब तो पहली वारदात नूं 2017 दे विच राजस्थान के जोधपुर दे विच अंजाम दिता सी। जोधपुर के 2 वड्डे बिजनेसमैनां नूं फरौती वास्ते धमकाया सी, ते जदों उन्होंने फरौती नहीं सी दित्ती तां उन्हां दे घर दे बाहर गोलियां चला दित्तियां गईयां सी, ते उहदे तो बाद राजस्थान दे विच लॉरेंस का नाम सामने आया सी। फिर दसंबर 2017 दे विच जोधपुर के एक होर व्यापारी का कतल होया सी, ते उहदे विच भी लॉरेंस का नाम बोलिया सी। तो उस समय लॉरेंस पंजाब की फिरोजपुर जेल में बंद सी। यह महत्वपूर्ण है कि जेल में बंद होने के बावजूद भी वह नाम बोलिया सी। फिर जोधपुर पुलिस ने प्रोडक्शन वारंट से उसनूं जोधपुर लै गए। जोधपुर जेल में रहिंदे हुए
ਰਾਜਸਥਾਨ ਦੇ ਵਿੱਚ ਉਸਨੇ ਆਪਣਾ ਨੈਟਵਰਕ ਵਧਾਉਣਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਇਹ ਦੇਖੋ ਕਿ ਜੇਲ੍ਹ 'ਚ ਬੈਠਾ ਬੰਦਾ ਨੈਟਵਰਕ ਕਿਵੇਂ ਵਧਾ ਰਿਹਾ ਹੈ। ਇਹਦਾ ਮਤਲਬ ਜੇਲ੍ਹ ਦੇ ਵਿੱਚ ਜਿਹੜੇ ਲੋਕਾਂ ਨੇ ਉਹਦੇ ਤੇ ਨਜ਼ਰ ਰੱਖਣੀ ਹੁੰਦੀ ਹੈ ਉਹ ਉਹਦੇ ਨਾਲ ਹਮਦਰਦੀ ਰੱਖਦੇ ਆ। ਉਹਨੂੰ ਫੋਨ ਚਾਹੀਦਾ ਤਾਂ ਫੋਨ, ਉਹਨੂੰ ਸਿਮ ਚਾਹੀਦਾ ਤਾਂ ਸਿਮ, ਉਹਨੂੰ ਚਾਰਜਰ ਚਾਹੀਦਾ ਤਾਂ ਚਾਰਜਰ, ਜੇ ਉਹਨੂੰ ਕੋਈ ਹੋਰ ਚੀਜ਼ ਚਾਹੀਦੀ ਤਾਂ ਉਹ ਦਿੰਦੇ ਆ। ਤੇ ਨੈਟਵਰਕ ਉਹਨੇ ਉੱਥੇ ਜੇਲ੍ਹ 'ਚ ਰਹਿ ਕੇ ਵਧਾਉਣਾ ਸ਼ੁਰੂ ਕੀਤਾ। ਉਹ ਸ਼ਹਿਰ ਦੇ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵਧਣ ਲੱਗੀਆਂ। ਫਿਰ ਉਹਨੂੰ ਤਬਦੀਲ ਕਰਕੇ ਅਜਮੇਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ, ਭਾਵ ਅਜਮੇਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ। ਦੱਸਣਾ ਬਣਦਾ ਕਿ ਸਲਮਾਨ ਖਾਨ ਬਾਲੀਵੁੱਡ ਸਟਾਰ ਨੇ, ਲਾਰੈਂਸ ਨੇ ਉਹਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਕਿ ਅਦਾਲਤੀ ਪੇਸ਼ੀ ਹੈ 5 ਜਨਵਰੀ 2018 ਨੂੰ, ਤੂੰ ਆਈ ਤੇ ਤੈਨੂੰ ਠੋਕਾਂਗੇ। ਸੋ ਕਹਿਣ ਦਾ ਭਾਵ ਸਿੱਧਮ ਸਿੱਧਾ ਜਿਸ ਗਰੁੱਪ ਨੇ, ਜਿਸ ਗੈਂਗਸਟਰ ਗਰੁੱਪ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਕਬੂਲੀ ਹੈ, ਉਹਦੀਆਂ ਜੜ੍ਹਾਂ ਰਾਜਸਥਾਨ ਵਿੱਚ ਨੇ। ਤੇ ਹੁਣ ਅਗਲੀ ਜਿਹੜੀ ਜਾਣਕਾਰੀ ਹੈ ਕਿ ਪੋਸਟਮਾਰਟਮ ਰਿਪੋਰਟ ਆ ਗਈ ਹੈ। ਪੰਜਾਬ ਦੇ ਵਿੱਚ ਅੱਜ ਸਵੇਰੇ 8 ਵਜੇ ਸਿੱਧੂ ਮੂਸੇਵਾਲੇ ਦੀ ਦੇਹ ਆਮ ਲੋਕਾਂ ਦੇ ਦਰਸ਼ਨਾਂ ਵਾਸਤੇ ਰੱਖੀ ਜਾਏਗੀ ਅਤੇ ਦੁਪਹਿਰ 12 ਵਜੇ ਉਸ ਦਾ ਸੰਸਕਾਰ ਕੀਤਾ ਜਾਏਗਾ। ਕੱਲ ਦੇਰ ਸ਼ਾਮ ਸਿੱਧੂ ਮੂਸੇਵਾਲੇ ਦਾ ਪੋਸਟਮਾਰਟਮ ਡਾਕਟਰਾਂ ਦੇ ਇੱਕ ਪੈਨਲ ਦੇ ਵੱਲੋਂ ਕੀਤਾ ਗਿਆ। ਭਾਰੀ ਸੁਰੱਖਿਆ ਦੇ ਹੇਠ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ। ਉਸ ਵਕਤ ਮਾਨਸਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਐਸਐਸਪੀ ਗੌਰਵ ਤੂਰਾ ਸਮੇਤ ਕੁਝ ਡਾਕਟਰ ਤੇ ਕੁਝ ਸੀਨੀਅਰ ਅਧਿਕਾਰੀ ਮੌਜੂਦ ਰਹੇ। ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਮੂਸੇਵਾਲਾ ਨੂੰ 20 ਤੋਂ ਜ਼ਿਆਦਾ ਗੋਲੀਆਂ ਲੱਗੀਆਂ। ਜਾਣਕਾਰੀ ਦੇ ਅਨੁਸਾਰ ਇੱਕ ਗੋਲੀ ਜਿਹੜੀ ਉਹਦੇ ਸਿਰ ਵਿੱਚ ਲੱਗੀ, ਸਿਰ ਵਿੱਚ ਲੱਗਣ ਦੇ ਕਾਰਨ ਜ਼ਿਆਦਾ ਖੂਨ ਨਿਕਲ ਗਿਆ। ਜ਼ਿਆਦਾ ਖੂਨ ਵਹਿ ਜਾਣ ਦੇ ਕਾਰਨ ਉਸ ਦੀ ਮੌਤ ਹੋਈ। ਸਿੱਧੂ ਮੂਸੇਵਾਲੇ ਦੇ ਕੁਝ ਅੰਗ, ਅੰਦਰੂਨੀ ਅੰਗ ਨਮੂਨੇ ਵਾਸਤੇ ਜਾਂਚ ਲਈ ਵੀ ਭੇਜੇ ਗਏ ਹੈ ਤੇ 2 ਘੰਟਿਆਂ ਤੱਕ ਮੂਸੇਵਾਲੇ ਦਾ ਪੋਸਟਮਾਰਟਮ ਹੁੰਦਾ ਰਿਹਾ। ਦੱਸਿਆ ਗਿਆ ਹੈ ਕਿ ਸਿੱਧੂ ਦੇ ਸਰੀਰ ਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਨੇ, ਭਾਵ 24 ਗੋਲੀਆਂ ਵੱਜੀਆਂ ਹੋਈਆਂ ਨੇ। ਪੋਸਟਮਾਰਟਮ ਦੀ ਜਿਹੜੀ ਇਹ ਮੁੱਢਲੀ ਰਿਪੋਰਟ ਸਾਹਮਣੇ ਆਈ ਹੈ ਉਹਦੇ ਤੋਂ ਪਤਾ ਲੱਗਿਆ ਕਿ ਕੁਝ ਗੋਲੀਆਂ ਸਿੱਧੂ ਮੂਸੇਵਾਲੇ ਦੇ ਸਰੀਰ ਦੇ ਵਿੱਚੋਂ ਆਰ-ਪਾਰ ਹੋ ਗਈਆਂ, ਛਲਣੀ ਕਰਕੇ ਉਸ ਨੂੰ ਲੰਘ ਗਈਆਂ, ਤੇ ਕੁਝ ਕੁ ਗੋਲੀਆਂ ਪੋਸਟਮਾਰਟਮ ਦੇ ਦੌਰਾਨ ਸਿੱਧੂ ਮੂਸੇਵਾਲੇ ਦੇ ਸਰੀਰ ਦੇ ਵਿੱਚੋਂ ਕੱਢੀਆਂ ਵੀ ਗਈਆਂ ਨੇ। ਪਰ ਹੁਣ ਆਹ ਜਾਣਕਾਰੀ ਮਹੱਤਵਪੂਰਨ ਹੈ ਕਿ ਸਾਰਾ ਕੁਝ ਘਟਿਆ ਕਿਵੇਂ, ਕਿਉਂਕਿ ਉਹਨਾਂ ਦੇ ਪਿਤਾ ਦੀ ਕੀ ਕਹਾਣੀ ਸੀ, ਇੱਕ ਵਾਰੀ ਮੈਂ ਫਿਰ ਰੀਕੈਪ ਕਰਨ ਤੋਂ ਕੋਸ਼ਿਸ਼ ਕਰਾਂਗਾ। ਪਰ ਜਿਹੜੇ ਵਿਅਕਤੀ ਨਾਲ ਸੀ, ਕਿਉਂਕਿ ਸਿੱਧੂ ਮੂਸੇਵਾਲੇ ਹੁਣ ਇਸ ਜਹਾਨ ਤੇ ਨਹੀਂ, ਉਹ ਨਹੀਂ ਦੱਸ ਸਕਦੇ ਕਿ ਕਿਵੇਂ ਮੁਕਾਬਲਾ ਹੋਇਆ। ਪਰ ਗੁਰਪ੍ਰੀਤ ਤੇ ਗੁਰਵਿੰਦਰ, ਉਹਦੇ ਕਰੀਬੀ ਦੋਸਤ, ਉਸ ਵਕਤ ਉਸੇ ਥਾਰ ਦੇ ਵਿੱਚ ਸਵਾਰ ਸੀ। ਹੁਣ ਜਿਹੜੇ ਉਹ ਕਰੀਬੀ ਦੋਸਤ ਬਿਲਕੁਲ ਉਸੇ ਗੱਡੀ 'ਚ ਸਵਾਰ ਸੀ ਜਿਹਦੇ ਤੇ ਹਮਲਾ ਹੋਇਆ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਜਿਵੇਂ ਉਹ ਆਪਣੇ ਗੀਤਾਂ ਦੇ ਵਿੱਚ ਆਪਣੀ ਦਲੇਰੀ ਦਾ ਜ਼ਿਕਰ ਕਰਿਆ ਕਰਦਾ ਸੀ ਕਿ ਜਦੋਂ ਉਹਨਾਂ ਦੀ ਥਾਰ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਉਹਨੇ ਆਪਣਾ ਲਾਇਸੈਂਸੀ ਹਥਿਆਰ ਕੱਢਿਆ, ਮੁਕਾਬਲਾ ਕੀਤਾ ਤੇ ਗੋਲੀਆਂ ਵੀ ਚਲਾਈਆਂ। ਪਰ ਕਹਿੰਦੇ ਹਮਲਾਵਰ ਜ਼ਿਆਦਾ ਸੀ, ਉਹਨਾਂ ਕੋਲ ਹਥਿਆਰ ਵੀ ਆਧੁਨਿਕ ਸੀ। ਉਹਨਾਂ ਨੇ ਸਾਡੀ ਗੱਡੀ ਨੂੰ ਕਹਿੰਦੇ ਚੁਫੇਰਿਓਂ ਘੇਰਾ ਪਾ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੂਸੇਵਾਲਾ ਦੇ ਸਰੀਰ ਨੂੰ ਉਛਲਣੀ ਕਰ ਗਈਆਂ। ਉਹਨਾਂ ਦੇ ਅਨੁਸਾਰ, ਹਾਲਾਂਕਿ FIR ਵਿੱਚ ਕੀ ਦਰਜ ਕਰਵਾਇਆ ਉਹਨਾਂ ਦੇ ਪਿਤਾ ਜੀ ਨੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਆਹ ਦੋਵੇਂ ਨੌਜਵਾਨ ਜਿਹੜੇ ਉਸੇ ਹੀ ਗੱਡੀ ਵਿੱਚ ਸੀ, ਉਹਨਾਂ ਦੇ ਦੱਸਣ ਦੇ ਅਨੁਸਾਰ ਸਿੱਧੂ ਮੂਸੇਵਾਲਾ ਨੇ ਮੌਕੇ ਤੇ ਦਮ ਤੋੜ ਦਿੱਤਾ। ਜਦੋਂ ਇਹ ਹਮਲਾ ਹੁੰਦਾ ਹੈ, ਮੂਸੇਵਾਲੇ ਦੇ ਨਾਲ ਅਗਲੀ ਸੀਟ ਤੇ ਬੈਠੇ ਸੀ ਗੁਰਪ੍ਰੀਤ ਸਿੰਘ ਅਤੇ ਪਿੱਛੇ ਬੈਠੇ ਸੀ ਗੁਰਵਿੰਦਰ ਸਿੰਘ। ਉਹਨਾਂ ਨੇ ਦੱਸਿਆ ਕਿ ਮੂਸੇਵਾਲਾ ਆਪਣੀ ਮਾਸੀ ਜੋ ਬਰਨਾਲਾ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਦਾ ਪਤਾ ਲੈਣ ਵਾਸਤੇ ਘਰੋਂ ਨਿਕਲੇ ਸੀ। ਗੱਡੀ ਦੇ ਵਿੱਚੋਂ ਕਹਿੰਦੇ 5 ਲੋਕ ਬੈਠ ਨਹੀਂ ਸੀ ਸਕਦੇ, ਇਸ ਕਰਕੇ ਉਹਨਾਂ ਨੇ ਆਖਿਆ ਕਿ ਗਨਮੈਨਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ, ਆਪਾਂ ਘਰੇ ਹੀ ਛੱਡ ਚੱਲਦੇ ਹਾਂ। ਹਾਲਾਂਕਿ ਇਹ ਬਹੁਤ ਵੱਡਾ ਸਵਾਲ ਹੈ ਕਿ ਜੇ ਗਨਮੈਨ ਘਰ ਛੱਡਣੇ ਸੀ ਤਾਂ ਘੱਟੋ ਘੱਟ ਉਹ ਆਪਣੀ ਬੁਲਟ ਪ੍ਰੂਫ ਗੱਡੀ ਤਾਂ ਨਾਲ ਲਿਜਾ ਸਕਦੀ ਸੀ, ਕਿਉਂਕਿ ਹਥਿਆਰ ਉਹਦੇ ਕੋਲ ਆਪਣੇ ਕੋਲ ਸੀ। ਪਰ ਹੁਣ ਜਿਹੜੇ ਕਮਾਂਡੋ ਮਿਲੇ ਹੋਏ ਸੀ, 2 ਉਹ ਵੀ ਘਰ ਸੀ ਤੇ ਦੂਸਰਾ ਉਹ ਗੱਡੀ ਵੀ ਘਰ ਸੀ। ਪਰ ਹੁਣ ਗੁਰਵਿੰਦਰ ਸਿੰਘ ਨੇ ਜੋ ਦੱਸਿਆ ਹੈ, ਉਹ ਕਹਿੰਦੇ ਜਿਉਂ ਹੀ ਉਹ ਪਿੰਡ ਤੋਂ ਕੁਝ ਦੂਰੀ ਤੇ ਪਹੁੰਚਦੇ ਆ ਤਾਂ ਪਹਿਲਾਂ ਉਹਨਾਂ ਦੇ ਪਿੱਛੇ ਇੱਕ ਫਾਇਰ ਕੀਤਾ ਜਾਂਦਾ ਹੈ। ਜਿਹੜੀ ਪਿੱਛੇ ਗੱਡੀ ਆਉਂਦੀ ਸੀ, ਪਿੱਛੇ ਉਹਨਾਂ ਦੇ ਗੱਡੀ ਜਾ ਰਹੀ ਸੀ ਕਰੋਲਾ, ਉਹ ਕਹਿੰਦੇ ਇੱਕ ਪਿਛਲੀ ਗੱਡੀ ਦੇ ਵਿੱਚੋਂ ਫਾਇਰ ਹੁੰਦਾ
ਤੇ ਉਹਨਾਂ ਦੇ ਅੱਗੇ ਵਾਲੀ ਜਿਹੜੀ ਗੱਡੀ ਹੈ, ਅੱਗੇ ਜਾ ਕੇ ਜਿਹੜੀ ਅੱਗੇ ਵਾਲੀ ਗੱਡੀ ਉਹਨਾਂ ਦੇ ਸਾਹਮਣੇ ਰੁਕਦੀ ਹੈ ਤੇ ਉਹਦੇ ਵਿੱਚੋਂ ਫਾਇਰ ਖੋਲ੍ਹਿਆ ਜਾਂਦਾ ਤੇ ਆ ਕੇ ਉਹਨਾਂ ਦੀ ਬਾਂਹ ਦੇ ਉੱਤੇ ਗੋਲੀ ਲੱਗਦੀ ਹੈ। ਤੇ ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਨੌਜਵਾਨ ਗੱਡੀ ਚੋਂ ਬਾਹਰ ਨਿਕਲ ਕੇ ਝੁਕ ਝੁਕ ਕੇ ਗੋਲੀਆਂ ਚਲਾ ਰਿਹਾ ਸੀ ਤੇ ਉਹ ਗੋਲੀਆਂ ਚਲਾਉਂਦਾ ਚਲਾਉਂਦਾ ਬਿਲਕੁਲ ਉਹਨਾਂ ਦੀ ਗੱਡੀ ਦੇ ਸਾਹਮਣੇ ਆ ਗਿਆ ਤੇ ਉਹਨੇ ਫਿਰ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੁਰਵਿੰਦਰ ਸਿੰਘ ਦੇ ਅਨੁਸਾਰ ਮੂਸੇਵਾਲੇ ਨੇ ਵੀ ਆਪਣਾ ਪਿਸਤੌਲ ਕੱਢਿਆ, ਜਵਾਬੀ ਫਾਇਰ ਕਰਨੇ ਸ਼ੁਰੂ ਕੀਤੇ, ਪਰ ਸਾਹਮਣੇ ਵਾਲੇ ਹਮਲਾਵਰ ਕੋਲ ਆਟੋਮੈਟਿਕ ਬੰਦੂਕ ਹੋਣ ਕਾਰਨ, ਗਨ ਹੋਣ ਦੇ ਕਾਰਨ ਉਹ ਲਗਾਤਾਰ ਫਾਇਰਿੰਗ ਕਰਦਾ ਜਾ ਰਿਹਾ ਸੀ। ਜਿਵੇਂ ਹੀ ਮੂਸੇਵਾਲੇ ਨੇ 2 ਫਾਇਰ ਕੀਤੇ ਤਾਂ ਉਹਨਾਂ ਨੇ ਫਿਰ ਗੱਡੀ ਦੇ 3 ਪਾਸੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਅੱਗਿਓਂ ਵੀ, ਸਾਈਡ ਤੋਂ ਵੀ ਅਤੇ ਪਿੱਛੋਂ ਵੀ। ਗੁਰਵਿੰਦਰ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲੇ ਨੇ ਇੱਕ ਵਾਰ ਗੱਡੀ ਭਜਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਦੋਵੇਂ ਪਾਸੋਂ ਬੁਰੀ ਤਰ੍ਹਾਂ ਘੇਰ ਲਿਆ ਗਿਆ ਸੀ ਤੇ ਟਾਇਰਾਂ ਦੇ ਵਿੱਚ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਪਰ ਉਹ ਕਹਿੰਦੇ ਮੂਸੇਵਾਲੇ ਨੇ ਬਗੈਰ ਕਿਸੇ ਡਰੋਂ ਸ਼ੇਰਾਂ ਵਾਂਗ ਮੁਕਾਬਲਾ ਕੀਤਾ ਤੇ ਖੁਦ ਗੋਲੀਆਂ ਚਲਾਈਆਂ, ਪਰ ਸਾਹਮਣੇ ਉਹ ਗੋਲੀਆਂ ਦੀ ਵਿਛਾੜ ਹੋਣ ਦੇ ਕਾਰਨ ਗੋਲੀਆਂ ਉਹਨੂੰ ਲੱਗ ਗਈਆਂ ਤੇ ਮੂਸੇਵਾਲੇ ਦੀ ਮੌਕੇ ਤੇ ਮੌਤ ਹੋ ਗਈ। ਡੀਐਮਸੀ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਪੁਲਿਸ ਦਾ ਸਖਤ ਪਹਿਰਾ ਇਸ ਵਕਤ ਲੱਗਿਆ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਇਹਨਾਂ ਜ਼ਖਮੀਆਂ ਦੇ ਕੋਲ ਰਿਸ਼ਤੇਦਾਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਦੋਵਾਂ ਜ਼ਖਮੀਆਂ ਤੋਂ ਪੁੱਛ ਪੜਤਾਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਡੀਐਮਸੀ ਦੇ ਡਾਕਟਰਾਂ ਨੇ ਗੁਰਵਿੰਦਰ ਸਿੰਘ ਦੇ ਜਿਹੜੀ ਮੋਢੇ ਤੇ ਗੋਲੀ ਲੱਗੀ ਸੀ ਉਹ ਕੱਢ ਦਿੱਤੀ ਸੀ, ਉੱਥੇ ਪਲਸਤਰ ਕਰ ਦਿੱਤਾ ਸੀ। ਗੁਰਪ੍ਰੀਤ ਦੇ ਸਰੀਰ ਤੇ ਲੱਗੀਆਂ ਗੋਲੀਆਂ ਨੂੰ ਕੱਢਣ ਵਾਸਤੇ ਡਾਕਟਰਾਂ ਦੀਆਂ ਟੀਮਾਂ ਪਹਿਲਾਂ ਲੱਗੀਆਂ ਹੋਈਆਂ ਸੀ, ਉਹਦਾ ਇਲਾਜ ਚੱਲ ਰਿਹਾ ਹੈ। ਬਾਅਦ ਦੇ ਵਿੱਚ ਜਾਣਕਾਰੀ ਦਿੱਤੀ ਹੈ ਡਾਕਟਰ ਰਜਨੀਸ਼ ਗਰਗ ਨੇ ਕਿ ਉਹਦਾ ਵੀ ਆਪਰੇਸ਼ਨ ਕਰ ਦਿੱਤਾ ਗਿਆ ਹੈ, ਗੋਲੀਆਂ ਕੱਢ ਦਿੱਤੀਆਂ ਗਈਆਂ ਨੇ ਅਤੇ ਦੋਵਾਂ ਦੀ ਸਥਿਤੀ ਬਿਹਤਰ ਲਗਾਤਾਰ ਹੁੰਦੀ ਜਾ ਰਹੀ ਹੈ। ਹੁਣ ਇਹ ਜਿਹੜੀ ਗੱਲ ਬਿਆਨ ਕੀਤੀ ਆ, ਇਹ ਉਹ ਨੌਜਵਾਨ ਨੇ ਜਿਹੜੇ ਉਸ ਵਕਤ ਉਸੇ ਥਾਰ ਦੇ ਵਿੱਚ ਸਵਾਰ ਸੀ ਜਿਸ ਵਕਤ ਸਿੱਧੂ ਮੂਸੇਵਾਲੇ ਦੀ ਥਾਰ ਤੇ ਹਮਲਾ ਹੁੰਦਾ ਹੈ। ਤੇ ਹੁਣ ਉਹਨਾਂ ਦੇ ਪਿਤਾ ਜੀ ਨੇ ਕੀ ਆਖਿਆ? ਉਹਨਾਂ ਦੇ ਪਿਤਾ ਜੀ ਕਹਿੰਦੇ ਆ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਮੰਗਿਆ ਸੀ ਕਿ ਹਾਈ ਕੋਰਟ ਦਾ ਸਿਟਿੰਗ ਜੱਜ ਹੋਵੇ ਜਿਹੜਾ ਉਹਨਾਂ ਦੇ ਪੁੱਤਰ ਦੇ ਕਤਲ ਦੀ ਜਾਂਚ ਕਰੇ। ਉਹਦੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਹਨਾਂ ਦੀ ਉਸ ਜਿਹੜੀ ਚਿੱਠੀ ਦੇ ਵਿੱਚ ਕੀਤੀ ਫਰਿਆਦ ਸੀ ਉਸ ਨੂੰ ਮਨਜ਼ੂਰ ਕਰ ਲਿਆ। ਕਹਿਣ ਦਾ ਭਾਵ ਹੁਣ ਸਿਟਿੰਗ ਜੱਜ ਹੀ ਜਾਂਚ ਕਰੇਗਾ। ਪਰ ਜਿਹੜੀ ਉਹਨਾਂ ਨੇ ਪੁਲਿਸ ਕੋਲ FIR ਦਰਜ ਕਰਵਾਈ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਬਿਆਨਾਂ ਦੇ ਅਨੁਸਾਰ, ਉਹਦੇ ਵਿੱਚ ਕੁਝ ਅਹਿਮ ਤੱਥ ਨੇ। ਉਹਨਾਂ ਨੇ ਬਿਆਨ ਕੀਤਾ ਕਿ ਜਦ ਗਨਮੈਨ ਉਹ ਘਰ ਛੱਡ ਕੇ ਉਹਨਾਂ ਦਾ ਪੁੱਤਰ ਸਿੱਧੂ ਮੂਸੇਵਾਲਾ ਆਪਣੇ 2 ਸਾਥੀਆਂ ਸਮੇਤ ਥਾਰ ਲੈ ਕੇ ਨਿਕਲਦਾ ਤਾਂ ਉਹ ਵੇਖਦਾ ਕਿ ਗਨਮੈਨ ਘਰ ਬੈਠੇ ਆ, ਤਾਂ ਉਹ ਇੱਕ ਹੋਰ ਕਾਰ ਦੇ ਰਾਹੀਂ ਉਹਨਾਂ ਦਾ ਪਿੱਛਾ ਕਰਦੇ ਆ। ਪਰ ਉਸ ਵਕਤ ਤੱਕ ਹਮਲਾਵਰ ਸਿੱਧੂ ਮੂਸੇਵਾਲੇ ਨੂੰ ਘੇਰ ਚੁੱਕੇ ਸੀ, ਉਹਨਾਂ ਦੇ ਉੱਤੇ ਤਾਬੜਤੋੜ ਫਾਇਰਿੰਗ ਕਰ ਚੁੱਕੇ ਸੀ। ਉਹਨਾਂ ਨੇ ਦੱਸਿਆ ਕਿ ਭਾਵੇਂ ਇਸ ਕੇਸ ਦੇ ਵਿੱਚ ਉਹਨਾਂ ਨੇ ਕਿਸ ਦਾ ਨਾਮ ਤਾਂ ਨਹੀਂ ਦੱਸਿਆ, ਜਿਹੜੀ FIR ਦਰਜ ਹੋਈ ਆ ਉਹਦੇ ਵਿੱਚ ਵੀ ਅਣਪਛਾਤੇ ਵਿਅਕਤੀਆਂ ਤੇ ਹੀ ਮਾਮਲਾ ਦਰਜ ਹੋਇਆ ਹੈ। ਪਰ ਬਲਕੌਰ ਸਿੱਧੂ ਹੋਰਾਂ ਦੇ ਦੱਸਣ ਅਨੁਸਾਰ ਉਹਨਾਂ ਦੇ ਪੁੱਤਰ ਮੂਸੇਵਾਲਾ ਨੂੰ ਗੈਂਗਸਟਰ ਲਗਾਤਾਰ ਪਹਿਲਾਂ ਵੀ ਧਮਕੀਆਂ ਦਿੰਦੇ ਸੀ, ਫਿਰੌਤੀਆਂ ਦੀ ਮੰਗ ਕਰਦੇ ਸੀ। ਲਾਰੈਂਸ ਸਮੇਤ ਕੁਝ ਹੋਰ ਗੈਂਗਸਟਰ ਗਰੁੱਪ ਵੀ ਉਹਨੂੰ ਧਮਕਾਉਂਦੇ ਰਹਿੰਦੇ ਸੀ, ਜਿਸ ਦੀ ਵਜ੍ਹਾ ਇੱਕ ਸੀ ਕਿ ਉਹਨਾਂ ਨੇ ਆਪਣੀ ਫਾਰਚੂਨਰ ਗੱਡੀ ਨੂੰ ਬੁਲਟ ਪ੍ਰੂਫ ਕਰਵਾਇਆ ਸੀ। ਉਹਨਾਂ ਕੋਲ ਇੱਕ ਥਾਰ ਵੀ ਸੀ। ਉਹ ਕਹਿੰਦੇ ਉਹਨਾਂ ਨੇ ਇਹ ਵੀ ਦੱਸਿਆ ਕਿ ਐਤਵਾਰ ਦਾ ਦਿਨ ਸੀ, ਗੁਰਪ੍ਰੀਤ ਤੇ ਗੁਰਵਿੰਦਰ ਉਹਨਾਂ ਦੇ ਘਰ ਆਉਂਦੇ ਨੇ। ਉਹ ਸਿੱਧੂ ਮੂਸੇਵਾਲੇ ਭਾਵ ਉਹਨਾਂ ਦੇ ਪੁੱਤਰ ਨਾਲ ਕੋਈ ਗੱਲਾਂ ਬਾਤਾਂ ਕਰਦੇ ਆ। ਗੱਲਾਂ ਕਰਦੇ ਕਰਦੇ ਕਾਰ ਦੀ ਚਾਬੀ ਚੱਕਦੇ ਆ ਤੇ ਉਹ ਥਾਰ ਲੈ ਕੇ ਘਰੋਂ ਨਿਕਲ ਜਾਂਦੇ ਆ। ਪਰ ਉਸ ਵਕਤ ਉਹ ਆਪਣੇ ਨਾਲ ਜਿਹੜੇ ਕਮਾਂਡੋ 2 ਗਨਮੈਨ ਸੀ ਉਹ ਨਾਲ ਨਹੀਂ ਲੈ ਕੇ ਨਿਕਲੇ। ਉਹ ਕਹਿੰਦੇ ਮੈਂ ਤੁਰੰਤ ਹੀ ਗਨਮੈਨ ਬੁਲਾਏ, ਆਪਣੀ ਗੱਡੀ 'ਚ ਬਿਠਾਇਆ, ਸਿੱਧੂ ਮੂਸੇਵਾਲਾ ਦਾ ਅਸੀਂ ਪਿੱਛਾ ਕਰਨ ਲੱਗੇ। ਪਰ ਜਵਾਹਰ ਕੇ ਪਿੰਡ ਵਿੱਚ ਪਹੁੰਚ ਕੇ ਦੇਖਿਆ ਤਾਂ DL4 CA 3414 ਨੰਬਰ ਦੀ ਕਰੋਲਾ ਉਹਨਾਂ ਦੀ ਥਾਰ ਦਾ ਪਿੱਛਾ ਕਰ ਰਹੀ ਸੀ। ਉਹਨਾਂ ਦੇ ਦੱਸਣ ਅਨੁਸਾਰ ਕਰੋਲਾ ਦੇ ਵਿੱਚ ਉਸ ਵਕਤ 4 ਨੌਜਵਾਨ ਸਨ। ਸਾਡੀ ਗੱਡੀ ਉਹਨਾਂ ਦੇ ਦੱਸਣ ਦੇ ਮੁਤਾਬਕ ਉਹਨਾਂ ਤੋਂ ਕਾਫੀ ਪਿੱਛੇ ਸੀ ਕਿਉਂਕਿ ਉਹ ਨਿਕਲ ਚੁੱਕੇ ਸੀ। ਅਸੀਂ ਬਾਅਦ ਦੇ ਵਿੱਚ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਉਹ ਕਹਿੰਦੇ ਜਿਉਂ ਹੀ ਮੂਸੇਵਾਲਾ ਦੀ ਗੱਡੀ ਬਰਨਾਲਾ ਵੱਲ ਮੋੜ ਕੱਟਦੀ ਹੈ ਤਾਂ ਅੱਗੇ ਇੱਕ ਬਲੈਰੋ ਖੜੀ ਕਰ ਦਿੱਤੀ ਗਈ। ਉਹਦੇ ਵਿੱਚ ਵੀ 4 ਨੌਜਵਾਨ ਸਵਾਰ ਸੀ। ਬਲੈਰੋ ਦੇ ਡਰਾਈਵਰ ਨੇ ਮੂਸੇਵਾਲਾ ਦੀ ਥਾਰ ਤੇ ਅੱਗੇ ਆਪਣੀ ਬਲੈਰੋ ਲਾ ਕੇ ਉਹਨੂੰ ਡੱਕ ਲਿਆ ਤੇ ਕਰੋਲਾ ਥਾਰ ਦੇ ਬਰਾਬਰ ਲਿਆ ਕੇ ਰੋਕ ਦਿੱਤੀ ਗਈ। ਤੇ ਫਿਰ ਉਹਨਾਂ ਨੇ ਅੱਗਿਓਂ ਵੀ ਤੇ ਸਾਈਡ ਤੋਂ ਵੀ ਥਾਰ ਦੇ ਉੱਤੇ ਅੰਧਾ ਧੁੰਦ ਫਾਇਰਿੰਗ ਕਰ ਦਿੱਤੀ।
ਬਾਅਦ ਦੇ ਵਿੱਚ ਉਹ ਫਾਇਰਿੰਗ ਕਰਨ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਰਨਾਲਾ ਵੱਲ ਫਰਾਰ ਹੋ ਗਏ। ਬਲਕੌਰ ਸਿੰਘ ਦੇ ਦੱਸਣ ਦੇ ਮੁਤਾਬਕ ਜਦ ਉਹ ਆਪਣੇ ਪੁੱਤਰ ਦੀ ਗੱਡੀ ਕੋਲ ਪਹੁੰਚਦੇ ਆ, ਉਦੋਂ ਤੱਕ ਇਹ ਭਾਣਾ ਵਾਪਰ ਚੁੱਕਿਆ ਸੀ। ਉਹਨਾਂ ਨੇ ਪਿੰਡ ਦੇ ਕੁਝ ਲੋਕਾਂ ਦੀ ਮਦਦ ਦੇ ਨਾਲ ਆਪਣੇ ਪੁੱਤਰ ਨੂੰ ਮਾਨਸਾ ਦੇ ਹਸਪਤਾਲ 'ਚ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤੇ ਅੱਜ ਮੂਸੇਵਾਲਾ ਦਾ ਮੈਂ ਫਿਰ ਦੱਸਦੇ ਹਾਂ ਕਿ ਉਹਨਾਂ ਦੇ ਜੱਦੀ ਪਿੰਡ ਮੂਸਾ ਦੇ ਵਿੱਚ ਸੰਸਕਾਰ ਕੀਤਾ ਜਾਏਗਾ। ਹੁਣ ਇਹਦੇ 'ਚ ਦੋ ਚੀਜ਼ਾਂ ਦਾ ਫਰਕ ਹੈ, ਕਿਉਂਕਿ ਜਿਹੜੇ ਨੌਜਵਾਨ ਗੁਰਵਿੰਦਰ ਤੇ ਗੁਰਪ੍ਰੀਤ ਨਾਲ ਸੀ, ਉਹਨਾਂ ਦੇ ਦੱਸਣ ਅਨੁਸਾਰ ਸਿੱਧੂ ਮੂਸੇਵਾਲਾ ਦੀ ਮੌਕੇ ਤੇ ਮੌਤ ਹੋ ਗਈ, ਪਰ ਪਿਤਾ ਨੂੰ ਲੱਗਦਾ ਸੀ ਕਿ ਸਰੀਰ ਹਾਲੇ ਗਰਮ ਹੈ। ਉਹ ਕਾਲੀ 'ਚ ਚੁੱਕ ਕੇ ਹਸਪਤਾਲ ਲੈ ਕੇ ਜਾਂਦੇ ਆ, ਪਰ ਉਹ ਕਹਿੰਦੇ ਰਸਤੇ ਵਿੱਚ ਜਾਂਦੇ ਹੋਏ ਉਹ ਦਮ ਤੋੜਦੇ ਆ। ਪਰ ਉਹ ਕਹਿੰਦੇ ਜਦੋਂ ਅਸੀਂ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਦੇਖੋ, ਤਿੰਨ ਪਾਸੇ ਦੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਪਹਿਲੀ ਉਹ ਜਿਹੜੇ ਨੌਜਵਾਨ ਥਾਰ ਦੇ ਵਿੱਚ ਸੀ, ਦੂਸਰੀ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਦੇ ਕੋਲੋਂ ਆਪਣਾ ਪੁੱਤਰ ਤੁਰਿਆ ਤੇ ਉਹ ਪਿੱਛੇ ਜਾਂਦੇ ਨੇ ਪਰ ਜਾਂਦਿਆਂ ਨੂੰ ਭਾਣਾ ਵਰਤ ਚੁੱਕਿਆ। ਹੁਣ ਤੀਸਰੇ ਉਹ ਲੋਕ ਨੇ ਜਿਨ੍ਹਾਂ ਨੇ ਜਾਂ ਤਾਂ ਗੋਲੀ ਚੱਲਦੀ ਦੇਖੀ ਹੈ ਜਾਂ ਫਿਰ ਉਹਨਾਂ ਨੌਜਵਾਨਾਂ ਨੂੰ, ਹਮਲਾਵਰਾਂ ਨੂੰ ਦੌੜਦਿਆਂ ਦੇਖਿਆ। ਪਿੰਡ ਜਵਾਹਰ ਕੇ 'ਚ ਘਟਨਾ ਵਾਪਰੀ ਹੈ। ਮੂਸੇਵਾਲੇ ਦੇ ਕਾਰਨ ਮੂਸਾ ਪਿੰਡ ਮਸ਼ਹੂਰ ਹੋਇਆ, ਪਰ ਜਵਾਹਰ ਕੇ ਪਿੰਡ ਉਹਦੇ ਕਤਲ ਦੇ ਕਾਰਨ ਇਸ ਵਕਤ ਚਰਚਾ 'ਚ ਹੈ। ਜਿਸ ਥਾਂ ਤੇ ਗੋਲੀਬਾਰੀ ਹੁੰਦੀ ਹੈ ਉੱਥੇ ਆਲੇ ਦੁਆਲੇ ਕੰਧਾਂ ਦੇ ਵਿੱਚ ਹਾਲੇ ਵੀ ਗੋਲੀਆਂ ਦੇ ਕਹਿੰਦੇ ਖੋਲ ਫਸੇ ਨਜ਼ਰ ਆ ਰਹੇ ਨੇ। ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਹਥਿਆਰਾਂ ਦੀ ਸਿੱਧੂ ਨੂੰ ਮਾਰਨ ਦੇ ਵਾਸਤੇ ਵਰਤੋਂ ਕੀਤੀ ਗਈ ਕਿੰਨੇ ਕੁ ਖਤਰਨਾਕ ਹੋਣਗੇ। ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਇੱਕ ਸ਼ਾਹਰੁਖ ਨਾਂ ਦਾ ਨੌਜਵਾਨ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਨੌਜਵਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਏਸੀ ਬਲੈਰੋ ਦੇ ਨਾਲ ਜਿਹੜੀ ਇਸ ਵਾਰਦਾਤ ਵਿੱਚ ਵੀ ਵਰਤੀ ਗਈ, ਉਸ ਬਲੈਰੋ ਦੇ ਨਾਲ ਰੇਕੀ ਕੀਤੀ ਸੀ। ਜਦੋਂ ਮੈਂ ਜਾ ਕੇ ਵੇਖਿਆ ਕਿ ਉਹਦੇ ਨਾਲ AK-47 ਵਾਲੇ ਕਮਾਂਡੋ ਨੇ, ਫਿਰ ਸਾਡਾ ਵੱਸ ਨਹੀਂ ਚੱਲਿਆ ਕਿ ਹਮਲਾ ਅਸੀਂ ਉਦੋਂ ਵੀ ਕਰਨਾ ਸੀ, ਪਰ AK-47 ਦਾ ਬਦਲ ਕੀ ਹੈ। ਫਿਰ ਉਹਨਾਂ ਨੇ AN-94 ਜਿਹੜੀਆਂ ਬੰਦੂਕਾਂ ਖਰੀਦੀਆਂ ਨੇ, ਉਹਨਾਂ ਦੀ ਵਰਤੋਂ ਇਸ ਕਤਲ ਦੇ ਵਿੱਚ ਕੀਤੀ ਗਈ ਹੈ। ਹੁਣ ਉਹ ਸੱਚਮੁੱਚ ਅਤ ਆਧੁਨਿਕ ਉਰੂਸ ਤੇ ਬਣੇ ਹੋਏ ਹਥਿਆਰ ਨੇ। ਉਹ ਕਿੰਨੇ ਖਤਰਨਾਕ ਦੇ, ਕੁਝ ਕੰਧਾਂ ਦੇ ਵਿੱਚ ਕੁਝ ਲੋਹੇ ਦੇ ਜਿਹੜੇ ਦਰਵਾਜ਼ੇ ਲੋਕਾਂ ਦੇ ਲੱਗੇ ਹੋਏ ਨੇ ਘਰਾਂ ਦੇ, ਉਹਨਾਂ ਦੇ ਉੱਤੇ ਨਿਸ਼ਾਨ ਨਜ਼ਰ ਆ ਰਹੇ ਨੇ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੇ ਇੱਕ ਘਰ ਦੇ ਵਿੱਚ ਮੌਜੂਦ ਸਨ ਮਾਵਾਂ ਤੇ ਧੀਆਂ। ਉਹ ਕਹਿੰਦੀਆਂ ਸੀ ਘਰ ਦੇ ਜੰਗਲੇ ਵਿੱਚ ਦੀ ਇਹ ਸਾਰੀ ਘਟਨਾ ਆਪਣੇ ਅੱਖੀਂ ਤੱਕੀ ਹੈ। ਉਹ ਕਹਿੰਦੇ ਘਰ ਦੇ ਵਿੱਚ ਉਸ ਵਕਤ ਅਸੀਂ ਦੋਵੇਂ ਮਾਵਾਂ ਧੀਆਂ ਮੌਜੂਦ ਸੀ। ਪਹਿਲਾਂ ਕਹਿੰਦੇ ਸਾਨੂੰ ਲੱਗਿਆ ਕਿ ਕਿਸੇ ਗੱਡੀ ਨੂੰ ਅੱਗ ਲੱਗ ਗਈ, ਕਿਉਂਕਿ ਉਹਨਾਂ ਨੇ ਧੂੰਆਂ ਉੱਠਦਾ ਦੇਖਿਆ, ਧੂੰਆਂ ਨਿਕਲ ਰਿਹਾ ਸੀ। ਪਰ ਬਾਅਦ 'ਚ ਪਤਾ ਲੱਗਿਆ, ਅਸੀਂ ਜਦੋਂ ਐਨ ਜੰਗਲੇ ਵਿੱਚ ਦੀ ਦੇਖਿਆ ਕਿ ਦੋ ਗੱਡੀਆਂ ਦੇ ਵਿੱਚ ਆਏ ਕੁਝ ਨੌਜਵਾਨ ਅੰਨ੍ਹੇਵਾਹ ਗੋਲੀਬਾਰੀ ਕਰ ਰਹੇ ਨੇ। ਉਹਨਾਂ ਦੱਸਿਆ ਕਿ ਇੱਕ ਵਿਅਕਤੀ ਬਾਕੀਆਂ ਦੇ ਮੁਕਾਬਲੇ, ਭਾਵ ਉਹਨਾਂ ਦੇ ਮੁਕਾਬਲੇ ਰੁਕ ਕੇ ਗੋਲੀ ਚਲਾ ਰਿਹਾ ਸੀ। ਪਰ ਬਾਅਦ 'ਚ ਪਤਾ ਲੱਗਿਆ ਕਿ ਉੱਥੇ ਸਿੱਧੂ ਮੂਸੇਵਾਲੇ ਦੇ ਉੱਤੇ ਇਹ ਹਮਲਾ ਹੋਇਆ। ਔਰਤ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਬਾਅਦ ਦੇ ਵਿੱਚ ਬਰਨਾਲਾ ਪਿੰਡ ਦੇ ਵੱਲ ਗੱਡੀਆਂ ਨੂੰ ਭਜਾ ਕੇ ਲੈ ਗਏ। ਇਸੇ ਤਰ੍ਹਾਂ ਪਿੰਡ ਦੇ ਹੀ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਉਹਨੇ ਵੀ ਸੁਣੀ। ਉਹ ਆਪਣੇ ਘਰ ਦੀ ਛੱਤ ਉੱਤੇ ਚੜ੍ਹਿਆ ਤਾਂ ਉਸ ਵਕਤ ਮੈਂ ਕਹਿੰਦੇ ਵੇਖਿਆ ਕਿ ਗੋਲੀ ਚੱਲ ਚੁੱਕੀ ਸੀ ਤੇ ਹਮਲਾਵਰ ਉੱਥੋਂ ਗੋਲੀ ਚਲਾ ਕੇ ਦੌੜ ਰਹੇ ਸੀ, ਗੱਡੀਆਂ ਵਿੱਚ ਫਰਾਰ ਹੋ ਰਹੇ ਸੀ। ਤੇ ਥੋੜੇ ਸਮੇਂ ਬਾਅਦ ਹੀ ਪਿੰਡ ਵਿੱਚ ਰੌਲਾ ਪੈ ਗਿਆ ਕਿ ਸਿੱਧੂ ਮੂਸੇਵਾਲੇ ਤੇ ਹਮਲਾ ਹੋ ਗਿਆ ਤੇ ਸਾਰਾ ਪਿੰਡ ਇਹ ਖਬਰ ਸੁਣ ਕੇ ਸੁੰਨ ਹੋ ਗਿਆ। ਇੱਕ ਹੋਰ ਵਿਅਕਤੀ, ਉਹ ਕਹਿੰਦੇ ਉਹਨਾਂ ਨੇ ਖੁਦ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ ਹੈ। ਬਾਅਦ ਵਿੱਚ ਉਹ ਮੌਕੇ ਤੇ ਵੀ ਗਏ। ਮੌਕੇ ਤੇ ਜਾ ਕੇ ਵੇਖਿਆ, ਜਦੋਂ ਮੈਂ ਕੰਧਾਂ ਵੇਖੀਆਂ, ਕੰਧਾਂ ਛਲਣੀ ਕੀਤੀਆਂ ਪਈਆਂ ਅਤੇ ਕੰਧਾਂ ਦੇ ਵਿੱਚ ਗੋਲੀਆਂ ਦੇ ਡੂੰਘੇ ਨਿਸ਼ਾਨ ਅਤੇ ਖੋਲ ਵੀ ਫਸੇ ਉਸ ਤੇ ਮਘੋਰੇ ਕੀਤੇ ਪਏ ਸੀ। ਹੁਣ ਤੁਸੀਂ ਵੇਖ ਲਓ ਕਿ ਫਿਰ ਇੱਕ ਇਨਸਾਨ ਜੇ ਕੰਧਾਂ ਦੇ ਵਿੱਚ, ਜੇ ਲੋਹੇ ਦੇ ਦਰਵਾਜ਼ਿਆਂ ਦੇ ਵਿੱਚ ਉਹ ਨਿਸ਼ਾਨ ਨਜ਼ਰ ਆ ਸਕਦੇ ਹੈ, ਤਾਂ ਇਹਦਾ ਮਤਲਬ ਇੱਕ ਇਨਸਾਨ ਦੀ ਜਾਨ ਕਿਵੇਂ ਬਚ ਸਕਦੀ ਸੀ। ਘਾਤ ਲਾ ਕੇ ਹਮਲਾ ਕੀਤਾ ਗਿਆ ਔਰ ਘੱਟੋ ਘੱਟ 24 ਗੋਲੀਆਂ ਦੱਸੀਆਂ ਜਾ ਰਹੀਆਂ ਜਿਹੜੀਆਂ ਸਿੱਧੂ ਦੇ ਸਰੀਰ ਵਿੱਚ ਦੀ ਲੰਘੀਆਂ ਨੇ ਜਾਂ ਕੁਝ ਵਿੱਚ ਰਹੀਆਂ ਨੇ। ਹੁਣ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਇਸ ਵਕਤ ਪੰਜਾਬ ਸਰਕਾਰ ਤੇ ਨਿਸ਼ਾਨੇ ਬੰਨ ਰਹੀਆਂ ਨੇ। ਸੱਚਮੁੱਚ ਬੈਕਫੁੱਟ ਤੇ ਗਈ ਹੈ ਸਰਕਾਰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਸੁਰੱਖਿਆ ਦੇ ਮੁੱਦੇ ਤੇ ਕਿ ਸੁਰੱਖਿਆ ਤੁਸੀਂ ਵਾਪਸ ਲਈ ਹੈ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਨਾਲ ਪੰਜਾਬ ਸਰਕਾਰ ਤੋਂ ਇਸ ਮਸਲੇ ਦੇ ਉੱਤੇ ਵਿਸਥਾਰਤ ਰਿਪੋਰਟ ਵੀ ਮੰਗੀ ਹੈ ਤੇ ਨੋਟਿਸ ਵੀ ਗੰਭੀਰ ਲਿਆ। ਅਦਾਲਤ ਨੇ ਅਸਲ ਦੇ ਵਿੱਚ ਪੰਜਾਬ ਸਰਕਾਰ ਤੋਂ ਪੁੱਛਿਆ ਹੈ ਕਿ ਉਹਨਾਂ ਹਸਤੀਆਂ ਦੇ ਬਾਰੇ ਰਿਪੋਰਟ ਪੇਸ਼ ਕਰੋ ਜਿਨ੍ਹਾਂ ਦੀ ਸੁਰੱਖਿਆ ਜਾਂ ਵਾਪਸ ਲਈ ਗਈ ਹੈ ਜਾਂ ਫਿਰ ਘਟਾਈ ਗਈ ਹੈ, ਕਿ ਉਹ ਸੁਰੱਖਿਆ ਨੂੰ ਵਾਪਸ ਲੈਣ ਜਾਂ ਘਟਾਉਣ ਦਾ ਦਰਅਸਲ ਤੁਹਾਡਾ ਆਧਾਰ ਕੀ ਸੀ।
ਹੁਣ ਉਹਦੇ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ। ਵੇਰਵਿਆਂ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 2 ਜੂਨ ਤੱਕ ਜਵਾਬ ਦਾਖਲ ਕਰਨ ਲਈ ਸਮਾਂ ਦਿੱਤਾ ਹੈ। ਇਹ ਵੀ ਪਤਾ ਲੱਗਿਆ ਕਿ ਦਰਅਸਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ OP ਸੋਨੀ ਦੇ ਵੱਲੋਂ ਸੁਰੱਖਿਆ ਵਾਪਸੀ ਦੇ ਮੁੱਦੇ ਨੂੰ ਲੈ ਕੇ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਪਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਅਦਾਲਤ ਨੇ ਇਸ ਪਟੀਸ਼ਨ ਦਾ ਦਾਇਰਾ ਵਧਾ ਦਿੱਤਾ ਹੈ ਕਿ ਕਿਹੜੀ ਚੀਜ਼ ਨੂੰ ਆਧਾਰ ਬਣਾਇਆ, ਸੁਰੱਖਿਆ ਵਧਾਈ ਜਾਂ ਘਟਾਈ। ਨਾਲ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਸੁਰੱਖਿਆ ਵਧਾਉਣ ਜਾਂ ਘਟਾਉਣ ਦਾ ਦਰਅਸਲ ਸੂਬਾ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ, ਪਰ ਇਹ ਕਹਿੰਦੇ ਮਾਮਲਾ ਸੰਵੇਦਨਸ਼ੀਲ ਹੈ। ਹੁਣ ਕਿਸ ਆਧਾਰ ਕਿਹੜੀ ਰਿਪੋਰਟ ਨੂੰ ਬਣਾਇਆ ਗਿਆ ਸੁਰੱਖਿਆ ਦੀ ਕਟੌਤੀ ਦੇ ਵਿੱਚ, ਤੇ ਦੂਸਰਾ ਉਹਨਾਂ ਨੇ ਇਹ ਵੀ ਆਖਿਆ ਕਿ ਇਹਨੂੰ ਜਨਤਕ ਨਹੀਂ ਸੀ ਕੀਤਾ ਜਾਣਾ ਚਾਹੀਦਾ। ਦੂਸਰੇ ਪਾਸੇ ਪੰਜਾਬ ਦੇ DGP VK ਭਾਵਰਾ ਨੇ ਆਖਿਆ ਕਿ ਘੱਲੂਘਾਰਾ ਦਿਵਸ ਹੋਣ ਦੇ ਕਾਰਨ 424 ਹਸਤੀਆਂ ਦੀ ਸੁਰੱਖਿਆ ਜਿਹੜੀ ਕਟੌਤੀ ਨਹੀਂ ਸੀ ਕੀਤੀ ਉਹਦੇ ਵਿੱਚ, ਕਿਉਂਕਿ ਸਿੱਧੂ ਮੂਸੇਵਾਲੇ ਕੋਲ ਵੀ ਉਹ ਕਹਿੰਦੇ 4 ਕਮਾਂਡੋ ਤੈਨਾਤ ਸੀ, ਉਹਨਾਂ ਦੇ ਵਿੱਚੋਂ 2 ਵਾਪਸ ਲੈ ਗਏ ਸੀ। ਉਹਨਾਂ ਦੀ ਦਲੀਲ ਹੈ ਕਿ 424 ਹਸਤੀਆਂ ਦੀ ਸੁਰੱਖਿਆ ਵਿੱਚ ਕਟੌਤੀ VIP ਕਲਚਰ ਵਾਲੀ ਮੁਹਿੰਮ ਦਾ ਹਿੱਸਾ ਨਹੀਂ ਸੀ, ਬਲਕਿ ਘੱਲੂਘਾਰਾ ਦਿਵਸ ਨੂੰ ਮੱਦੇਨਜ਼ਰ ਰੱਖਦਿਆਂ ਗਨਮੈਨ ਆਰਜ਼ੀ ਤੌਰ ਤੇ ਵਾਪਸ ਬੁਲਾਏ ਗਏ ਸੀ। ਪਰ ਹੁਣ ਸਵਾਲ ਇਸ ਗੱਲ ਦਾ ਵੀ ਪੈਦਾ ਹੁੰਦਾ ਹੈ ਕਿ ਇਹ ਬਿਲਕੁਲ ਸੁਰੱਖਿਆ 'ਚ ਕੋਤਾਹੀ ਹੋਈ ਹੈ, ਸੁਰੱਖਿਆ ਨੂੰ ਸੰਨ ਲੱਗੀ ਹੈ, ਜਾਂ ਇੰਟੈਲੀਜੈਂਸ ਜਿਹੜੀ ਸਾਡੀ ਹੈ ਪੰਜਾਬ ਦੀ ਉਹ ਇਹਦੇ ਵਿੱਚ ਫੇਲ ਹੋਈ ਹੈ। ਵਿਰੋਧੀ ਧਿਰਾਂ ਵੀ ਇਸ ਵਕਤ ਹਮਲਾਵਰ ਰੁੱਖ ਤੇ ਨੇ। ਕਿਸੇ ਦਾ ਗੱਭਰੂ ਜਵਾਨ ਪੁੱਤ ਗਿਆ, ਕਈ ਉਹਦੇ ਨਾਲ ਜੁੜ ਕੇ ਆਪਣਾ ਪਰਿਵਾਰ ਪਾਲਦੇ ਸੀ, ਉਹਨਾਂ ਦੀ ਰੋਜ਼ੀ ਰੋਟੀ ਗਈ। ਮਾਂ-ਬਾਪ ਦੇ ਅੱਖਾਂ ਦੇ ਸਾਹਮਣੇ ਬਿਲਕੁਲ ਘੁੱਪ ਹਨੇਰਾ ਹੈ। ਸੰਘਰੇੜੀ ਪਿੰਡ ਪੈਂਦਾ ਸੰਗਰੂਰ ਦੇ ਨੇੜੇ, ਭਵਾਨੀਗੜ੍ਹ ਦੇ ਨੇੜੇ, ਉੱਥੇ ਸਿੱਧੂ ਮੂਸੇਵਾਲਾ ਮੰਗੇ ਹੋਏ ਸੀ। ਪਹਿਲਾਂ ਕਹਿੰਦੇ ਸੀ ਕਿ ਫਰਵਰੀ ਮਾਰਚ 'ਚ ਵਿਆਹ ਹੋਣਾ ਹੈ, ਪਰ ਉਸ ਵਕਤ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਣ ਦੇ ਕਾਰਨ ਵਿਆਹ ਅੱਗੇ ਪਾ ਦਿੱਤਾ ਗਿਆ ਸੀ। ਬੀਤੇ ਦਿਨੇ ਉਹਨਾਂ ਦੇ ਮਾਤਾ ਜੀ ਨੇ ਆਖਿਆ ਸੀ ਕਿ ਚੋਣਾਂ ਲੰਘਣ ਤੋਂ ਬਾਅਦ ਹੁਣ ਅਸੀਂ ਉਸ ਦਾ ਵਿਆਹ ਕਰਾਂਗੇ। ਪਿੰਡ ਸੰਘਰੇੜੀ ਦੇ ਵਿੱਚ ਵੀ ਮਾਤਮ ਦਾ ਮਾਹੌਲ, ਜਵਾਹਰਕੇ ਵਿੱਚ ਵੀ ਮਾਤਮ ਦਾ ਮਾਹੌਲ, ਮੂਸਾ ਪਿੰਡ ਵਿੱਚ ਵੀ ਮਾਤਮ ਦਾ ਮਾਹੌਲ, ਅਤੇ ਜਿਹੜੇ ਵੀ ਇਨਸਾਫ ਪਸੰਦ ਲੋਕ ਨੇ, ਜਿਹੜੇ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਕਿਸੇ ਦੀ ਜਾਨ ਲੈਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਉਹ ਵੀ ਇਸ ਖਬਰ ਕਰਕੇ ਡੂੰਘੇ ਦੁੱਖ ਦਾ ਹਾਲੇ ਵੀ ਇਜ਼ਹਾਰ ਕਰ ਰਹੇ ਨੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਆਖਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।